सच्ची बाणी। समरथ गुरु सिर हथ तरियो, गुर कीनी कृपा हर नाम दियो। हम कुकर तेरे दरबार, भौंकह आगे बदन पसार। तेग बहादुर सिमरिया, घर नौ निध आवे धाए। सब थाई होए सहाय, गुर तेग बहादुर बोलिया, धर पईए धर्म ना छोड़िए। बाहां जिन्ना दी पकड़िए, सिर दीजै बाहां ना छोड़िए। सतनाम वाहिगुरू। साहिब जियो गौड़ी महला नवा। साधो मन का मान त्यागो, काम क्रोध संगत दुर्जन की। ताते अहनिस भागो, साधो मन का मान त्यागो। काम क्रोध संगत दुर्जन की। ताते अहनिस भागो। रहाऊ सुख दुख दोनों सम कर जानै। और मान अपमाना हरख सोगते रह अतीता।
ਤਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦਉ ਤਿਆਗੈ। ਖੋਜੈ ਪਦ ਨਿਰਬਾਨਾ। ਜਨ ਨਾਨਕ ਇਹ ਖੇਲ ਕਠਨ ਹੈ। ਕਿਨਹੂ ਗੁਰਮੁਖ ਜਾਨਾ। ਉਸਤਤ ਨਿੰਦਾ ਦਉ ਤਿਆਗੈ। ਖੋਜੈ ਪਦ ਨਿਰਬਾਨਾ। ਜਨ ਨਾਨਕ ਇਹ ਖੇਲ ਕਠਨ ਹੈ। ਕਿਨਹੂ ਗੁਰਮੁਖ ਜਾਨਾ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਾਹਿਬਾਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਕਰਕੇ ਅੱਜ ਤੀਸਰੇ ਰਾਤਰੀ ਦੇ ਦੀਵਾਨ ਸੋ ਦਰ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ। ਉਪਰੰਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਜੋ ਆਰਤੀ ਦੇ ਸੰਬੰਧ ਵਿੱਚ ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕੀਤੇ, ਤਿੰਨਾਂ ਦਾ ਪਾਠ ਗੁਰਮੁਖਾਂ ਦੀ ਰਸਨਾ ਤੋਂ ਆਪ ਜੀ ਨੇ ਸੁਣਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਮਹਾਰਾਜ, ਜਿਨ੍ਹਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਦਿਹਾੜਿਆਂ ਨੂੰ ਸਮਰਪਿਤ ਇਹ ਰਾਤਰੀ ਦੇ ਵਿਸ਼ੇਸ਼ ਦੀਵਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੀ ਬਾਣੀ ਵਿੱਚੋਂ ਪਹਿਲੇ ਦਿਨ ਵੀ ਅਰਜ਼ ਕੀਤੀ ਸੀ। 59 ਸ਼ਬਦ ਹਨ, 57 ਸ਼ਲੋਕ ਹਨ। 59 ਸ਼ਬਦਾਂ ਦੇ ਵਿੱਚੋਂ ਗੌੜੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਸਭ ਤੋਂ ਪਹਿਲਾ ਸ਼ਬਦ ਇਤਿਹਾਸ ਦੇ ਪੰਨੇ ਪੜ੍ਹਦਿਆਂ ਪਤਾ ਲੱਗਦਾ ਹੈ। ਜਿਸ ਸ਼ਬਦ ਦਾ ਗਾਇਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਨਾਰਸ ਦੀ ਧਰਤੀ ਤੇ ਕੀਤਾ ਹੈ, ਜਦੋਂ ਬਨਾਰਸ ਦੀ ਧਰਤੀ ਤੇ ਪੰਡਤਾਂ ਦੇ ਨਾਲ ਮੇਲ ਮਿਲਾਪ ਹੋਇਆ, ਗੁਰੂ ਨਾਨਕ ਸਾਹਿਬ ਦਾਤਾ ਜੀ ਦੇ ਨਾਲ ਵਿਚਾਰ ਚਰਚਾ ਕਰਨ ਲਈ ਉਹ ਆਏ ਤੇ ਉੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਉਹਨਾਂ ਦੇ ਅੰਦਰ ਨੂੰ ਠੰਡ ਪਾਈ, ਉਹਨਾਂ ਨੂੰ ਜੀਵਨ ਜਿਉਣ ਦਾ ਰਾਹ ਦੱਸਿਆ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ, ਜਿਸ ਦਾ ਪਾਠ ਆਪ ਜੀ ਨੇ ਸੁਣਿਆ ਹੈ। ਇਸ ਸ਼ਬਦ ਦੀ ਟੇਕ ਲੈ ਕੇ ਅੱਜ ਆਪਾਂ ਗੁਰਮਤਿ ਵਿਚਾਰਾਂ ਗੁਰੂ ਕਿਰਪਾ ਦੇ ਸਦਕਾ
ਆਪ ਜੀ ਨਾਲ ਸਾਂਝੀਆਂ ਕਰਨੀਆਂ ਹਨ। ਜਿੰਨੇ ਗੁਰੂ ਕੇ ਪਿਆਰ ਵਾਲੇ ਗੁਰੂ ਚਰਨਾਂ ਵਿੱਚ ਆ ਕੇ ਜੁੜ ਗਏ ਹੋ, ਧੰਤਾ ਦੇ ਯੋਗ ਹੋ। ਬਾਕੀ ਸਾਰਿਆਂ ਨੂੰ ਬੜੇ ਅਦਬ ਨਾਲ, ਪਿਆਰ ਨਾਲ, ਸਤਿਕਾਰ ਨਾਲ, ਨਿਮਰਤਾ ਸਹਿਤ ਬੇਨਤੀ ਹੈ ਜੀਓ ਕਿ ਗੁਰੂ ਚਰਨਾਂ ਅੰਦਰ ਹਾਜ਼ਰੀਆਂ ਭਰ। ਤਨ ਦੀ ਸਾਵਧਾਨਤਾ ਤੇ ਮਨ ਦੀ ਇਕਾਗਰਤਾ ਗੁਰੂ ਬਖਸ਼ਿਸ਼ ਕਰ। ਗੁਰਮੁਖੋ, ਆਓ ਸਾਰੇ ਜਾਣੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੋ। ਕਰੋ ਕਿਰਪਾਲਤਾ ਸਾਰੀ ਹੀ ਸੰਗਤ ਬੜੇ ਅਦਬ ਨਾਲ, ਪਿਆਰ ਨਾਲ, ਸਤਿਕਾਰ ਨਾਲ ਮਿਲ ਕੇ ਦੋਏ ਹੱਥ ਜੋੜ ਬੁਲੰਦ ਆਵਾਜ਼ ਤੇ ਚੜ੍ਹਦੀ ਕਲਾ ਵਿੱਚ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਬਚਨਾਂ ਵਿੱਚ ਕਿਰਪਾਲਤਾ ਕਰਦੇ ਹਨ। ਗੌੜੀ ਮਹੱਲਾ ਨੌਵਾਂ। ਗੌੜੀ ਰਾਗ ਹੈ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ। ਸਾਧੋ ਮਨ ਕਾ ਮਾਣ। ਹੁਣ ਸਾਧੋ ਸ਼ਬਦ ਤੋਂ ਪਤਾ ਲੱਗ ਜਾਂਦਾ ਹੈ ਵੀ ਕਿਸੇ ਦੇ ਨਾਲ ਵਿਚਾਰ ਚਰਚਾ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਮਹਾਰਾਜ ਨੇ ਇਹਨਾਂ ਬੋਲਾਂ ਦੇ ਰਾਹੀਂ ਸਾਧੋ ਉਹਨੂੰ ਵੀ ਆਖਿਆ ਜਾਂਦਾ ਜਿਹੜਾ ਸਾਧਨਾ ਕਰਦਾ ਹੈ, ਜਿਹੜਾ ਰੱਬੀ ਮਾਰਗ ਵਾਲੇ ਪਾਸੇ ਨੂੰ ਤੁਰਦਾ ਹੈ। ਪਰ ਕਈ ਵਾਰ ਰੱਬੀ ਮਾਰਗ ਵੱਲ ਨੂੰ ਤੁਰਦਿਆਂ ਹੰਕਾਰ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾਲਤਾ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਅੰਦਰ ਮਾਨ ਸ਼ਬਦ ਵੀ ਆਏਗਾ, ਗਰਭ ਸ਼ਬਦ ਵੀ ਆਏਗਾ, ਹਉਮੈ ਸ਼ਬਦ ਵੀ ਆਏਗਾ। ਆਓ ਸ਼ਲੋਕਾਂ ਵਿੱਚੋਂ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਕੇ ਵਿਚਾਰ ਦੀ ਲੜੀ ਨੂੰ ਆਰੰਭ ਕਰਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾਲਤਾ ਕਰਦੇ ਨੇ। ਜੇ ਪ੍ਰਾਨੀ, ਜਿਸ ਮਨੁੱਖ ਨੇ, ਜਿਸ ਪ੍ਰਾਣੀ ਨੇ ਹਉਮੈ ਤਜੀ, ਜਿਨੇ ਹਉਮੈ ਨੂੰ ਤਿਆਗ ਦਿੱਤਾ। ਇੱਕ ਖਿੰਦ ਰੁਕਣ ਲੱਗਾ ਥੋੜ੍ਹਾ ਜਿਹਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਪਰ ਪਹਿਲਾਂ ਮੈਂ ਸ਼ਲੋਕ ਨੂੰ ਪੂਰਾ ਕਰ ਲਵਾਂ, ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸ ਵਿੱਚੋਂ ਅਰਜ਼ ਕਰਦਾ ਤੁਹਾਡੇ ਨਾਲ। ਜਿਹੇ ਪ੍ਰਾਨੀ ਹਉਮੈ ਤਜੀ, ਜਿਨੇ ਹਉਮੈ ਨੂੰ ਤਿਆਗ ਦਿੱਤਾ। ਕਰਤਾ ਰਾਮ ਪਛਾਣ, ਉਹਨੇ ਕਰਤੇ ਨੂੰ, ਪਰਮਾਤਮਾ ਨੂੰ ਪਛਾਣ ਲਿਆ। ਜੇ ਅਜੇ ਤੱਕ, ਛੋਟੀ ਜਿਹੀ ਇੱਕ ਬੇਨਤੀ, ਮਨੁੱਖ ਦੇ ਅੰਦਰ ਹੰਕਾਰ ਹੋਵੇ ਨਾ, ਖਿਮਾ ਕਰਿਓ, ਕਈ ਵਾਰੀ ਬੰਦਾ ਬੰਦੇ ਨੂੰ ਪਛਾਣਨ ਤੋਂ ਹੰਕਾਰੀ ਹੋ ਜਾਂਦਾ ਹੈ। ਬੰਦੇ ਨੂੰ ਬੰਦਾ ਨਜ਼ਰ ਨਹੀਂ ਆਉਂਦਾ। ਧਨ ਦਾ ਹੰਕਾਰ ਹੋਵੇ, ਪਦਵੀ ਦਾ ਹੰਕਾਰ ਹੋਵੇ, ਪੜ੍ਹਾਈ ਦਾ ਹੰਕਾਰ ਹੋਵੇ, ਤੇ ਕਈ ਵਾਰੀ ਇਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਜਿਹੜਾ ਆਪਣੇ ਤੋਂ ਥੱਲੇ ਹੋਵੇ। ਧਨ ਕਰਕੇ ਗਰੀਬ ਹੋਵੇ, ਪੜ੍ਹਾਈ ਕਰਕੇ ਘੱਟ ਪੜ੍ਹਿਆ ਹੋਵੇ ਤੇ ਪਦਵੀ ਨਾ ਹੋਵੇ, ਤੇ ਕਈ ਵਾਰੀ ਪਦਵੀ ਵਾਲਾ ਬੰਦਾ ਦੂਜੇ ਬੰਦੇ ਨੂੰ ਬੰਦਾ ਹੀ ਸਮਝਣ ਨੂੰ ਤਿਆਰ ਨਹੀਂ ਹੁੰਦਾ। ਪਿਆਰਿਓ, ਸਾਹਿਬ ਨੇ ਕਿਰਪਾਲਤਾ ਕੀਤੀ। ਕਰਤਾ ਰਾਮ ਪਛਾਣ, ਜਿਨ੍ਹਾਂ ਨੇ ਹਉਮੈ ਦਾ ਤਿਆਗ ਨੂੰ ਛੱਡਿਆ, ਹੰਕਾਰ ਨੂੰ ਛੱਡਿਆ, ਉਹਨਾਂ ਨੇ ਕਰਤੇ, ਉਹਨਾਂ ਨੂੰ ਕਰਤੇ ਦੀ ਪਛਾਣ, ਉਹਨਾਂ ਨੂੰ ਪਰਮਾਤਮਾ ਦੀ ਪਛਾਣ ਹੋਈ। ਦੂਸਰੀ ਬੇਨਤੀ, ਥੋੜ੍ਹਾ ਜਿਹਾ ਇਤਿਹਾਸ ਵਿੱਚੋਂ ਲੈ ਲਈਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ, ਇੱਕ ਸੱਜਣ ਸਵਾਲ ਕਰਦਾ ਹੈ
ਗੁਰੂ ਤੇਗ ਬਹਾਦਰ ਮਹਾਰਾਜ ਮਨੁੱਖ ਦੇ ਕੋਲ ਬੁੱਧੀ ਹੈ, ਤੇ ਬੁੱਧੀ ਦਾ ਕੰਮ ਕੀ ਹੈ? ਚੰਗੇ ਤੇ ਮਾੜੇ ਦੀ ਪਛਾਣ ਕਰਨਾ। ਬੁੱਧੀ ਚੰਗੇ ਮਾੜੇ ਦੀ ਪਛਾਣ ਕਰਦੀ। ਹੁਣ ਅਸੀਂ ਕੱਪੜਾ ਲੈਣ ਲੱਗੇ ਹਾਂ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਕੱਪੜਾ ਲੈਣ ਲੱਗੇ ਹਾਂ, ਕੱਪੜਾ ਹੱਥ ਵਿੱਚ ਫੜਦੀਆਂ ਨੇ, ਅੱਖ ਨਾਲ ਵੇਖਦੀਆਂ ਨੇ, ਤੇ ਬੁੱਧੀ ਪਛਾਣ ਕਰਦੀ ਹੈ ਵੀ ਇਹ ਕੱਪੜਾ ਚੰਗਾ ਹੈ ਕਿ ਨਹੀਂ ਹੈ। ਚੰਗੇ ਮਾੜੇ ਦੀ ਪਛਾਣ ਇਹ ਕੰਮ ਬੁੱਧੀ ਕਰਦੀ ਹੈ ਗੁਰਮੁਖੋ। ਤੇ ਜਦੋਂ ਕਿਸੇ ਦੀ ਬੁੱਧੀ ਭ੍ਰਿਸ਼ਟ ਹੋ ਜਾਏ ਫਿਰ ਬੰਦੇ ਨੂੰ ਚੰਗੇ ਮਾੜੇ ਦੀ ਪਛਾਣ ਨਹੀਂ ਰਹਿੰਦੀ। ਜਿਹੜੀ ਅਰਜ਼ ਕਰਨ ਲੱਗਾ, ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਮਹਾਰਾਜ ਨੂੰ ਬੇਨਤੀ ਕੀਤੀ, ਸਵਾਲ ਕੀਤਾ, ਮਹਾਰਾਜ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਮਨੁੱਖ ਪੁੱਠੇ ਰਾਹ ਤੇ ਕਿਉਂ ਤੁਰਿਆ ਫਿਰਦਾ ਹੈ? ਪੁੱਠੇ ਰਾਹਾਂ ਵੱਲ ਨੂੰ ਕਿਉਂ ਜਾਂਦਾ ਹੈ? ਆਹ ਸਵਾਲ ਵੱਲ ਧਿਆਨ ਦਿਓ ਸਾਰੇ। ਫਿਰ ਦੁਹਰਾਉਣ ਲੱਗਾ ਸਵਾਲ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਜਿਹੜਾ ਸਵਾਲ ਰੱਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ, ਮਨੁੱਖ ਦੇ ਕੋਲ, ਬੰਦੇ ਦੇ ਕੋਲ ਬੁੱਧੀ ਹੈ, ਪਰ ਬੁੱਧੀ ਹੋਣ ਦੇ ਬਾਵਜੂਦ ਵੀ ਬੰਦਾ ਪੁੱਠੇ ਰਾਹਾਂ ਵੱਲ ਨੂੰ ਕਿਉਂ ਤੁਰਿਆ ਫਿਰਦਾ ਹੈ? ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਉੱਤਰ ਸੀ, ਕਹਿਣ ਲੱਗੇ ਬੁੱਧੀ ਤੇ ਹੈ, ਬੁੱਧੀ ਨੂੰ ਤ੍ਰਿਸ਼ਨਾ ਨੇ ਘੇਰਿਆ ਹੋਇਆ ਹੈ। ਸੁਣਿਓ ਜੀ, ਤ੍ਰਿਸ਼ਨਾ ਕਿਹਨੂੰ ਕਹਿੰਦੇ ਨੇ? ਤ੍ਰਿਸ਼ਨਾ ਕਹਿੰਦੇ ਨੇ ਅੰਦਰ ਦੀ ਭੁੱਖ। ਅੰਦਰ ਦੀ ਭੁੱਖ। ਹੁਣ ਇੱਕ ਰੋਟੀ ਦੀ ਭੁੱਖ ਹੈ, ਯਾਦ ਰੱਖਣਾ ਜੀ, ਇੱਕ ਰੋਟੀ ਦੀ ਭੁੱਖ ਹੈ, ਇੱਕ ਨੀਅਤ ਦਾ ਭੁੱਖਾ ਹੈ। ਪੇਟ ਦੀ ਭੁੱਖ ਰੋਟੀ ਦੀ ਭੁੱਖ ਤੇ ਦੂਰ ਹੋ ਜਾਂਦੀ ਹੈ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਬੰਦੇ ਦੀ ਕਈ ਵਾਰੀ ਨੀਅਤ ਹੀ ਨਹੀਂ ਰੱਜਦੀ। ਨੀਅਤ ਦਾ ਭੁੱਖਾ, ਨੀਅਤ, ਨੀਅਤ ਦੀ ਭੁੱਖ। ਹੁਣ ਤ੍ਰਿਸ਼ਨਾ ਨੇ ਘੇਰਿਆ ਹੋਇਆ ਬੁੱਧੀ ਨੂੰ। ਤੇ ਤ੍ਰਿਸ਼ਨਾ ਕਿਉਂ ਆਉਂਦੀ? ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਹੰਕਾਰ, ਹੰਕਾਰ ਕਰਕੇ ਤ੍ਰਿਸ਼ਨਾ ਆਉਂਦੀ। ਤੇ ਅੱਗੇ ਯਾਦ ਰੱਖਿਓ, ਫਿਰ ਹੰਕਾਰ ਤੋਂ ਬਾਅਦ ਮਹਾਰਾਜ ਕਹਿੰਦੇ ਮੋਹ ਆਪਣਾ ਜਾਲ ਖਿਲਾਰ ਲੈਂਦਾ ਜੀ। ਮੋਹ ਨੇ ਆਪਣਾ ਜਾਲ ਖਿਲਾਰਿਆ, 3 ਆ ਗਏ। ਮਹਾਰਾਜ ਕਹਿਣ ਲੱਗੇ ਜਦੋਂ 3 ਆ ਗਏ ਤੇ ਫਿਰ ਕਾਮ ਕ੍ਰੋਧ ਪਿੱਛੇ ਥੋੜ੍ਹੀ ਰਹਿਣਗੇ, ਫਿਰ ਤਾਂ 5 ਨਿਕਲ ਆਉਂਦੇ ਨੇ ਇਹਦੇ ਅੰਦਰੋਂ। 5 ਹੀ ਗੁਰਮੁਖੋ, 5 ਫਿਰ ਇਹਦੇ ਅੰਦਰੋਂ ਪੈਦਾ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਦੇ ਇਹਨਾਂ ਪਾਵਨ ਪੁੱਤਰ ਬਚਨਾਂ ਦੇ ਰਾਹੀਂ ਕਿਰਪਾਲਤਾ ਕੀਤੀ ਸਾਡੇ ਤੇ। ਸਾਧੋ ਮਨ ਕਾ ਮਾਣ ਤਿਆਗੋ, ਮਨ ਦਾ ਮਾਣ, ਮਨ ਦਾ ਹੰਕਾਰ ਛੱਡ ਦਿਓ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੋਂ ਦੂਜਾ ਪ੍ਰਮਾਣ, ਪਹਿਲਾ ਪ੍ਰਮਾਣ ਆਪਾਂ ਲਿਆ, ਜੇ ਪ੍ਰਾਨੀ ਹਉਮੈ ਤਜੀ। ਹਉਮੈ ਆ ਗਿਆ। ਆਪਾਂ ਰਾਤ ਸ਼ਬਦ ਦੀ ਵਿਚਾਰ ਕਰਦਿਆਂ ਇਹ ਬਚਨ ਪੜ੍ਹੇ ਸਨ, ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ। ਮਾਣ ਤੇ ਮੋਹ ਛੱਡ ਕੇ ਬੰਦਾ ਰੱਬ ਦੇ ਗੁਣਾਂ ਨੂੰ ਗਾਵੇ। ਰਾਤੀ ਵਿਚਾਰਿਆ ਸੀ। ਤੀਸਰਾ ਪ੍ਰਮਾਣ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੀ ਬਾਣੀ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੰਦਾ ਹੰਕਾਰ ਕਰਦਾ ਹੈ। ਪੁੱਛਿਆ ਮਹਾਰਾਜ ਕਾਹਦਾ ਕਰਦਾ ਹੈ? ਕਹਿਣ ਲੱਗੇ ਗਰਭ ਕਰਤ ਹੈ। ਕਾਹਦਾ ਜੀ? ਦੇਹ ਕੋ। ਇਸ ਦੇਹ ਦਾ ਬੰਦਾ ਹੰਕਾਰ ਕਰਦਾ ਹੈ। ਤੇ ਕਿਸੇ ਕਵੀ ਨੇ ਬੋਲ ਬੜੇ ਪਿਆਰੇ ਕਹੇ, ਕਾਹਦਾ ਕਰੇ ਇਸ ਦੇਹ ਦਾ, ਇਸ ਸਰੀਰ ਦਾ ਕਾਹਦਾ ਹੰਕਾਰ? ਕਾਹਦਾ ਕਰੇ ਹੰਕਾਰ ਓਏ ਬੰਦਿਆ, ਜ਼ਿੰਦਗੀ ਦੇ ਦਿਨ 4 ਓਏ ਬੰਦਿਆ। ਅੱਜ ਦਾਗ ਫੁੱਲ ਪਰਸੋਂ ਚੁਗਣੇ, ਭੋਗ ਤੇਰੇ ਤੇ ਖਤਮ ਕਹਾਣੀ। ਇਹ ਸਰੀਰ ਹੈ ਮੁੱਠ ਹੱਡੀਆਂ ਦੀ, ਉਹ ਵੀ ਤੇਰੇ ਨਾਲ ਨਹੀਂ ਜਾਣੀ। ਕਾਹਦਾ ਕਰੇ ਹੰਕਾਰ ਓਏ ਬੰਦਿਆ। ਗੁਰਮੁਖੋ, ਗਰਭ ਕਰਤ ਹੈ ਦੇ ਕੋ ਬਿਨਸੈ ਛਿਨਮੈ ਮੀਤ।
ਕਹਿਣ ਲੱਗੇ ਇੱਕ ਖਿੰਨ ਵਿੱਚ ਆ ਇਸ ਸਰੀਰ ਵਿੱਚੋਂ ਸਾਹ ਨਿਕਲਦੇ ਨੇ, ਭਾਂਡਾ ਟੁੱਟ ਜਾਂਦਾ ਹੈ, ਤੇ ਤੂੰ ਸੱਜਣਾ ਇਸ ਦੇਹੀ ਦਾ ਕਾਹਦਾ ਹੰਕਾਰ ਕਰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾਲਤਾ ਕਰ ਰਹੇ ਨੇ। ਪਹਿਲੀ ਪੰਕਤੀ ਤੇ ਆਈਏ। ਸਾਧੋ ਮਨ ਕਾ ਮਾਨ ਤਿਆਗੋ। ਅਗਲਾ ਬੋਲ ਕਾਮ। ਥੋੜ੍ਹਾ ਜਿਹਾ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 'ਚੋਂ ਇੱਕ ਸ਼ਬਦ ਸਾਂਝਾ ਕਰ ਜਾਵਾਂ। ਕਾਮ ਕ੍ਰੋਧ ਸੰਗਤ ਦੁਰਜਨ ਕੀ। ਕਾਮ ਤੋਂ ਬਚਾ ਦੌੜ, ਕ੍ਰੋਧ ਤੋਂ ਦੌੜ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੀਜੀ ਗੱਲ ਕਹੀ, ਕਹਿਣ ਲੱਗੇ ਮਾੜੇ ਬੰਦਿਆਂ ਦੀ ਸੰਗਤ ਤੋਂ ਦੌੜ ਜਾ, ਭੱਜ ਜਾ। ਮਾੜੇ ਬੰਦਿਆਂ ਦੀ ਸੰਗਤ ਨਾ ਕਰੀ, ਕ੍ਰੋਧ ਤੋਂ ਆਪਣੇ ਆਪ ਨੂੰ ਬਚਾ ਦੌੜ। ਕਹਿਣ ਲੱਗੇ ਕਾਮ ਦੀ ਵਾਸ਼ਨਾ ਤੋਂ ਆਪਣੇ ਆਪ ਨੂੰ ਬਚਾ ਦੌੜ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਹੈ, ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦੇ ਨੇ। ਪਾਪੀ ਸ਼ਬਦ ਇੱਥੋਂ ਆਰੰਭ ਹੁੰਦਾ ਹੈ। ਪਾਪੀ ਹੀ ਹੈ। ਕਹਿਣ ਲੱਗੇ ਹਿਰਦਾ ਪਾਪੀ ਹੈ। ਕਿਉਂ? ਅੰਦਰ ਕਾਮ ਦੀ ਵਾਸ਼ਨਾ ਹੈ। ਕਾਮ ਦੀ ਵਾਸ਼ਨਾ ਤੁਰੀ ਜਾਂਦੀ ਹੋਵੇ, ਕੋਈ ਧੀ, ਕੋਈ ਭੈਣ, ਕੋਈ ਬਹੂ, ਕੋਈ ਬੇਟੀ, ਕੋਈ ਬੱਚੀ, ਕੋਈ ਮਾਂ, ਅੱਖਾਂ ਅੱਡ ਅੱਡ ਕੇ ਵੇਖਦਾ ਹੈ। ਖਿਮਾ ਕਰਨਾ ਪਿਆਰਿਓ, ਹਿਰਦਾ ਪਾਪ। ਜਿਹੜੀ ਨਜ਼ਰ ਨਾਲ ਇਹ ਆਪਣੀ ਧੀ ਨੂੰ ਤੱਕਦਾ ਹੈ, ਖਿਮਾ ਕਰਨਾ, ਉਸੇ ਨਜ਼ਰ ਨਾਲ ਇਹ ਦੂਜੇ ਦੀ ਧੀ ਨੂੰ ਨਹੀਂ ਜੇ ਤੱਕਦਾ। ਆਪਣੀ ਧੀ ਵੱਲ ਵੇਖਣ ਵੇਲੇ ਨਜ਼ਰ ਹੋਰ ਹੁੰਦੀ ਹੈ, ਦੂਜੇ ਦੀ ਧੀ ਵੱਲ ਵੇਖਣ ਵੇਲੇ ਨਜ਼ਰ ਹੋਰ ਹੁੰਦੀ ਹੈ। ਆਪਣੀ ਧੀ ਵੱਲ ਵੇਖ ਕੇ ਕਦੇ ਵਾਸ਼ਨਾ ਪੈਦਾ ਨਹੀਂ ਹੁੰਦੀ, ਤੇ ਦੂਜੇ ਦੀ ਧੀ ਵੱਲ ਵੇਖ ਕੇ ਅੰਦਰ ਜਦੋਂ ਵਾਸ਼ਨਾ ਪੈਦਾ ਹੁੰਦੀ ਹੈ ਨਾ, ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਕਹਿਣ ਲੱਗੇ ਪਾਪੀ ਹੀ ਹੈ, ਹਿਰਦਾ ਪਾਪੀ। ਪਿਆਰਿਓ, ਸ਼ਬਦ ਤੇ ਤੁਹਾਡਾ ਧਿਆਨ ਕੇਂਦਰਿਤ ਕਰ ਲਵਾਂ। ਪਾਪੀ ਹੀ ਹੈ ਮੈਂ ਕਾਮ ਵਸਾਏ। ਤੇ ਜਿੱਥੇ ਕਾਮ ਵਸਿਆ ਨਾ, ਉੱਥੇ ਪਿਆਰਿਓ ਪਰਮਾਤਮਾ ਦਾ ਵਾਸਾ ਨਹੀਂ ਹੁੰਦਾ। ਗੁਰਬਾਣੀ ਪੜ੍ਹੀ ਹੈ ਨਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਉਹਨਾਂ ਦੀ ਬਾਣੀ 'ਚੋਂ ਇੱਕ ਸ਼ਬਦ ਦਾ ਪ੍ਰਮਾਣ ਦੇਣ ਲੱਗਾ। ਕਾਮ ਕ੍ਰੋਧ ਮੋਹ ਬਸ ਪ੍ਰਾਨੀ। ਵੇਖੋ ਜੀ, ਕੋਈ ਕਾਮ ਦੇ ਵਸ ਵਿੱਚ, ਕੋਈ ਕ੍ਰੋਧ ਦੇ ਵਸ ਵਿੱਚ, ਕੋਈ ਮੋਹ ਦੇ ਵਸ ਵਿੱਚ। ਕਾਮ ਕ੍ਰੋਧ ਮੋਹ ਬਸ ਪ੍ਰਾਨੀ। ਤੇ ਕੀ ਕੀਤਾ ਜੀ? ਹਰ ਮੂਰਤ ਬਿਸਰਾਈ। ਪਰਮਾਤਮਾ ਇਹਨੂੰ ਵਿਸਰ ਗਿਆ। ਗੱਜ ਕੇ ਇੱਕ ਵਾਰੀ ਪਿਆਰ ਵਿੱਚ ਭਿੱਜ ਕੇ ਬੋਲਿਓ ਸਤਨਾਮ ਸ਼੍ਰੀ। ਹਰ ਮੂਰਤ ਬਿਸਰਾਈ। ਪਾਪੀ ਹੀ ਹੈ ਮੈਂ ਕਾਮ ਵਸਾਏ। ਮਨ ਚੰਚਲ ਜਾਂ ਤੇ ਗਹਿਓ ਨਾ ਜਾਏ। ਮਨ ਨਾ ਟਿਕਣ ਵਾਲਾ, ਫੜਿਆ ਨਹੀਂ ਜਾਂਦਾ, ਕਾਬੂ ਨਹੀਂ ਆ ਰਿਹਾ। ਮਨ ਚੰਚਲ ਜਾਂ ਤੇ ਗਹਿਓ ਨਾ ਜਾਏ ਰਹਾਓ। ਜੋਗੀ, ਵੱਡੇ ਵੱਡੇ ਆਪਣੇ ਆਪ ਨੂੰ ਜੋਗੀ ਕਹਾਉਣ ਵਾਲੇ। ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦਾ ਇਤਿਹਾਸ ਪੜ੍ਹਿਆ ਪਿਆਰਿਓ। ਸਾਹਿਬ ਜੀ ਨੂੰ ਮਲੂਕ ਦਾਸ, ਉਹਦਾ ਨਾਂ ਇਤਿਹਾਸ ਦੇ ਪੰਨਿਆਂ 'ਚ ਲਿਖਿਆ। ਮਲੂਕ ਦਾਸ ਨਾਂ ਦਾ ਇੱਕ ਜੋਗੀ ਮਿਲਿਆ। ਗੁਰੂ ਸਾਹਿਬ ਜੀ ਦੇ ਕੋਲੋਂ ਬਾਣੀ ਦੇ ਬਚਨ ਸੁਣੇ, ਦੀਦਾਰ ਕੀਤੇ, ਅੰਦਰ ਨੂੰ ਟਿਕਾ ਆਇਆ, ਆਨੰਦ ਆਇਆ। ਤੇ ਮਲੂਕ ਦਾਸ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ, ਹੁਣ ਸਦਾ ਹੀ ਦੀਦਾਰ ਹੁੰਦੇ ਰਹਿਣ। ਮੈਨੂੰ ਤੁਹਾਡੇ ਦੀਦਾਰ ਸਦਾ ਹੀ ਹੁੰਦੇ ਰਹਿਣ, ਕਿਰਪਾਲਤਾ ਕਰੋ। ਤੇ ਇਤਿਹਾਸ ਦੇ ਪੰਨੇ ਬੋਲਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਨੇ ਗੁਰਬਾਣੀ ਦਾ ਇੱਕ ਗੁਟਕਾ ਮਲੂਕ ਦਾਸ ਨੂੰ ਬਖਸ਼ਿਸ਼ ਕੀਤਾ। ਤੇ ਕਹਿਣ ਲੱਗੇ ਸ਼ਬਦ ਨੂੰ ਪੜ੍ਹਨਾ, ਸ਼ਬਦ ਦੇ ਦੀਦਾਰ ਕਰਨੇ, ਸ਼ਬਦ ਨੂੰ ਚਿੱਤ ਲਾ ਕੇ ਪੜ੍ਹਿਆ ਕਰ ਰੋਜ਼।
इस शब्द विचों रोज़ तैनूं गुरु तेग बहादुर साहिब दे दीदार होया करनगे। रोज़ शब्द विचों दीदार होणगे तैनूं गुरु तेग बहादुर साहिब दे गुरमुखो। तो फिर महाराज ने जिथे ये बचन किया ना, कहन लगे शब्द विचों दीदार होणगे, बाणी पढ़ी दीदार होणगे गुरु दे। ते नाल एक गल होर कही सी, कहन लगे परमात्मा दा सिमरन करी, अंदर नूं शांति भी आएगी, अंदर नूं शांति भी आएगी। जोगी वड्डे वड्डे जोगी जंगम अर सन्यास अपने आप नूं सन्यासी कहाउण वाले। हुण फिर इत्थे रुकण लगा, इतिहास के पन्ने पढ़िया पता लगता है। ये आगरे के इलाके की गल है, जदों गुरु तेग बहादुर साहिब दाता जी महाराज आगरे के इलाके विच गए ने, उस समय की सच्चे सतगुरु आगरे के इलाके विच ने। उत्थे एक सज्जण मिलिया ते गुरु तेग बहादुर महाराज नूं कहंदा मैं सन्यासी हो जाना है, सन्यास लै लेना, घर बार छड्डना, परिवार छड्डना, धीआं पुत्तर छड्डने, जंगल चले जाना, मैं सन्यासी हो जाना महाराज। गुरु साहिब कहंदे, गुरु तेग बहादुर महाराज कहंदे काहदे लई? कहंदा रब नूं मिलना। वेखो रब नूं मिलना महाराज। ते गुरु तेग बहादुर साहिब सच्चे पातशाह जी कहंदे प्यारिया, काहे रे बन खोजन जाई, सर्ब निवासी सदा अलेपा तो ही संग समाई। जंगलों च जाके तो नहीं लभना रब, वो तो तेरे अंदर वसदा है। ये बचन बाणी राय बख्शे। गुरु तेग बहादुर महाराज ने पूछया तेरा परिवार है? कहंदा जी 3 बच्चे ने, घर वाली है। तो गुरु तेग बहादुर साहिब ने आख्या उन्हां नूं छड्ड के जिम्मेवारी तो दौड़ना परमात्मा दे हुक्म तो बाहर होना है, परमात्मा दे हुक्म तो बाहर होना है। जे रब नूं मिलना चाहुंदा ना, तो 4 गल्लां गुरु तेग बहादुर साहिब ने कहियां। 5 गल्लां वाहिगुरू, 5 गल्लां याद रखियो जिहड़ियां आगरे दी धरती ते जिहड़ा बंदा सन्यासी होण दीयां गल्लां करदा ना, उहनूं महाराज ने 5 गल्लां कहियां। पहली गल कहण लगे किरत करनी। प्यारिओ किरत करनी। दूजी गल गृहस्थ विच रहना। तीजी गल नाम जपना। चौथी गल वंड छकना। पंजवीं गल महाराज कहंदे सिੱਖੀ दे विच सेवा सब तो उत्तम है, ते परिवार नूं पालना, परिवार की सांभ संभाल करनी, ये भी एक बहुत वड्डी सेवा है। प्यारिओ परिवार की सांभ संभाल करनी सही तरीके दे नाल, ये भी एक बहुत वड्डी सेवा है। ये 5 उपदेश गुरु तेग बहादुर महाराज ने आगरे की धरती ते उस मनुख नूं समुचे संसार नूं बख्शिश कीते। वापस विषय ते आ, जोगी जंगम अर सन्यास जिहड़े अपने आप नूं जोगी कहाउंदे ने, सन्यासी कहाउंदे ने, सब ही पर डारी यह फास। सारियां दे उत्ते ही काम की वासना जिहड़ी है वो मडराउंदी है। सारे काम की वासना विच तुरे फिरदे ने, गलतान ने। सब ही पर डारी यह फास। अगला बोल जिहें जिहें हर को नाम संभार। जिन्ने जिन्ने भी परमात्मा दे नाम की संभाल कीती, भाव परमात्मा दा नाम जपिया, जिन्ने जिन्ने भी परमात्मा दा नाम जपिया, जिहें जिहें हर को नाम संभार। की होया जी? ते भव सागर उतरे, वो संसार सागर तो पार हो गए, ते परमात्मा नाल उन्हां दा मिलाप हो गया जिन्हां ने परमात्मा दा नाम जपिया। जन नानक हर की शरण आए। अखीर विच बेनती है मालिक दे चरनां च, दाता तेरी शरण विच आए हैं,
ते कृपालता कर। जन नानक हर की शरणाए, दीजे नाम नाम दी दात मेरी झोली विच पा, ते तेरे गुणां नूं सदा गाउंदा रहां। गुरु तेग बहादुर साहिब दाता ये कृपालता मेरे ते कर दिओ, नाम दी दात दिओ ते तेरे गुण गाउंदा रहां। ये दात मंगी है नाम दी दात ते गुणां नूं गावां। कहण लगे जिथे नाम होवे उथे काम दी वासना बंदे नूं कदे, गुरमुखो काम दी वासना विच बंदा कदे गलतान नहीं जे हुंदा। काम, क्रोध, संगत दुरजन की, तां ते अहनिस दिन रात भागो दौड़ो, अपने आप नूं बचाओ, रहाओ। सुख दुख दोनों सम कर जानै, सुख दुख दोवां नूं बराबर समझना। हुण इत्थे ध्यान देना जी, सुख ते दुख नूं बराबर किवें समझना। सुख आवे, मनुख दा सुभाअ है ना, सुख आवे छालां मारदा, दुख आवे ते बंदा चीकां मारदा, हाय हाय करदा, करलाउंदा, विलकदा, तड़फदा। सुख आवे बड़ियां छालां, बड़े वाजे गाजे, बड़ा चीक चहाड़ा। गुरमुखो सुख आवे ते कई बारी नशा, सुख आवे दुख आवे, सुख ते दुख दोवां नूं बराबर। भाव सुख वेले भी परमात्मा दा चेता ते दुख वेले भी परमात्मा दा चेता। आखो सतनाम श्री प्यारिओ। सुख दुख दोवां नूं बराबर समझना। जदों आपां गुरु तेग बहादुर साहिब दाता जी की बाणी का पाठ पढ़ते हैं ना, श्लोक पढ़ते हैं, तो तुहाडे सामने मुबारक बोल गुरु तेग बहादुर साहिब दे आउंदे ने। सुख दुख जिहें परसै नहीं, सुनियो जी, सुख दुख जिहें परसै नहीं, कंचन लोहो समान। वाहिगुरु। सुख दुख जिह परसै नहीं, लोभ मोह अभिमान। सुख आवे ते अंदर नूं टच ना करे, छाला ना मारे, बंदा उहदी याद विच जुड़िया ही रहे। दुख आवे बंदा रोवे ते कुरलावे ना, उहदी याद विच सुरत जुड़ी रहे। लोभ मोह ते हंकार इहदे नेड़े भी ना होवे। की क्या महाराज ने अगे कहो नानक सुन रे मना, सो मूरत भगवान। कहन लगे ओ मनुख सचमुच प्रतख रब दी मूरत है। सुख ते दुख जिन्हों परसदा नहीं, लोभ मोह ते अभिमान जिहदे जीवन विच ना होवे, लोभ मोह हंकार जिहदे जीवन विच ना होवे, जिहड़ा इदां दा मनुख है वो रब दी मूरत है। वो है रब दी मूरत। गुरु तेग बहादुर महाराज जी जे अगले श्लोक नूं पढ़ीए, उस्तत निंदिया नाहीं जिहें। कई बार ना मनुख दे मन विच हुंदा है लोकां विच मेरी उस्तत होवे। उस्तत मनुख अपनी सुननी चाहुंदा है ते निंदिया दूजियां दी सुननी चाहुंदा। महाराज कहंदे
ਜਿਹੜਾ ਇਹਨਾਂ ਗੱਲਾਂ ਤੋਂ ਉੱਤੇ ਨਾ ਆਪਣੀ ਉਸਤਤ ਸੁਣੇ ਤੇ ਨਾ ਕਿਸੇ ਦੀ ਨਿੰਦਿਆ ਸੁਣੇ। ਕੰਚਨ ਲੋਹ ਸਮਾਨ, ਸੋਨਾ ਤੇ ਲੋਹਾ ਇੱਕੋ ਬਰਾਬਰ। ਭਾਵ ਇਹਦਾ ਭਾਵ ਸੋਨਾ ਤੇ ਲੋਹਾ ਇੱਕੋ ਬਰਾਬਰ, ਭਾਵ ਕਿ ਜਿਹਨੂੰ ਲਾਲਚ ਫਸਾ ਨਹੀਂ ਸਕਦਾ, ਲਾਲਚ ਵਿੱਚ ਨਹੀਂ ਆਉਂਦਾ। ਉਹਦੇ ਅੱਗੇ ਸੋਨਾ ਰੱਖ ਦਿਓ, ਲੋਹਾ ਰੱਖ ਦਿਓ, ਲਾਲਚ ਵਿੱਚ ਨਹੀਂ ਆਉਂਦਾ, ਡੋਲਦਾ ਨਹੀਂ ਉਹ। ਗੱਜ ਕੇ ਆਖੋ ਸਤਨਾਮ ਸ਼੍ਰੀ। ਜਿਹੜੇ ਮਨੁੱਖ ਇੱਦਾਂ ਦੇ ਹੁੰਦੇ ਨੇ, ਜਿਸ ਮਨੁੱਖ ਦੇ ਅੰਦਰ ਆਪਣੀ ਉਸਤਤ ਦੀ ਭੁੱਖ ਨਾ ਹੋਵੇ, ਕਿਸੇ ਦੀ ਨਿੰਦਿਆ ਨਾ ਕਰਦਾ ਹੋਵੇ, ਨਾ ਸੁਣਦਾ ਹੋਵੇ, ਜਿਹੜਾ ਲੋਭ ਲਾਲਚ ਅੱਗੇ ਡੋਲਦਾ ਨਾ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਉ ਨਾਨਕ ਸੁਨ ਰੇ ਮਨ, ਮੁਕਤ ਤਾਹੇ ਤੈ ਜਾਨ। ਉਹ ਮੁਕਤ ਹੋ ਗਏ, ਉਹ ਜਿਉਂਦੇ ਜੀ ਮੁਕਤ ਹੋ ਗਏ। ਸੁਖ ਦੁਖ ਦੋਨੋਂ ਸਮ ਕਰ ਜਾਣੈ। ਗੁਰੂ ਤੇਗ ਬਹਾਦਰ ਮਹਾਰਾਜ ਇੱਕ ਇਲਾਕਾ ਪੈਂਦਾ ਹੈ ਸਸਰਾਮ ਕਰਕੇ, ਉਹਦਾ ਨਾਂ ਲਿਖਿਆ ਇਤਿਹਾਸ ਵਿੱਚ ਸਸਰਾਮ। ਉਸ ਇਲਾਕੇ ਦਾ ਰਹਿਣ ਵਾਲਾ ਇੱਕ ਭਾਈ ਫੱਗੂ, ਇਤਿਹਾਸ ਵਿੱਚ ਲਿਖਿਆ ਵੀ ਬਹੁਤ ਵੱਡਾ ਗੁਰਮੁਖ, ਬਹੁਤ ਵੱਡਾ ਗੁਰਮੁਖ ਭਾਈ ਫੱਗੂ। ਉਹਨੇ ਘਰ ਨਵਾਂ ਬਣਾਇਆ। ਵੇਖੋ ਭਾਈ ਫੱਗੂ ਨੇ ਘਰ ਨਵਾਂ ਬਣਾਇਆ ਜੀ। ਘਰ ਦਾ ਦਰਵਾਜ਼ਾ ਜਿਹੜਾ ਨਾ, ਬਾਹਰਲਾ ਦਰਵਾਜ਼ਾ ਬੜਾ ਖੁੱਲ੍ਹਾ, ਬੜਾ ਚੌੜਾ, ਬੜਾ ਉੱਚਾ ਰੱਖ ਲਿਆ। ਬਾਹਰਲਾ ਮੇਨ ਦਰਵਾਜ਼ਾ, ਮੇਨ ਗੇਟ ਘਰ ਦਾ। ਲੋਕਾਂ ਆਖਿਆ, ਕਹਿੰਦੇ ਭਾਈ ਫੱਗੂ ਉਹ ਇੰਨਾ ਚੌੜਾ ਐਡਾ ਉੱਚਾ ਗੇਟ ਕਾਹਦੇ ਲਈ ਰੱਖਿਆ? ਭਾਈ ਫੱਗੂ ਅੱਗੋਂ ਬੋਲ ਕੇ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਵੀ ਮੇਰੇ ਘਰ ਆਉਣ ਤੇ ਉਹਨਾਂ ਨੂੰ ਘੋੜੇ ਤੋਂ ਉਤਰਨਾ ਨਾ ਪਵੇ, ਉਹ ਬਿਨਾਂ ਘੋੜੇ ਤੋਂ ਉਤਰੇ ਮੇਰੇ ਘਰ ਦੇ ਅੰਦਰ ਆ ਜਾਣ। ਤਾਂ ਕਰਕੇ ਵੇਖੋ, ਜਦੋਂ ਇਤਿਹਾਸ ਦੇ ਪੰਨੇ ਪੜ੍ਹੋਗੇ ਭਾਈ ਮੁਗਲੂ ਦਾ ਜ਼ਿਕਰ ਆਏਗਾ। ਭਾਈ ਮੁਗਲੂ, ਭਾਈ ਮੁਗਲੂ ਮੰਜੇ ਤੇ ਪਿਆ, ਅੰਤਲੇ ਸਵਾਸਾਂ ਤੇ ਆ, ਸਾਹ ਨਿਕਲਣ ਵਾਲਾ, ਘਰ ਵਾਲਿਆਂ ਨੂੰ ਕਹਿੰਦਾ ਘਰ ਦਾ ਦਰਵਾਜ਼ਾ ਬੰਦ ਨਾ ਕਰਿਓ। ਕਿਉਂ? ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਦਾਤੇ ਨੇ ਬਚਨ ਕੀਤਾ, ਮੁਗਲੂ ਤੇਰਾ ਆਖਰੀ ਸਾਹ ਨਿਕਲੇਗਾ, ਮੇਰੀ ਗੋਦੀ ਦੇ ਵਿੱਚ ਤੇਰਾ ਸਿਰ ਹੋਏਗਾ, ਤੇਰਾ ਸਿਰ ਮੇਰੀ ਗੋਦੀ 'ਚ ਹੋਏਗਾ। ਗੁਰੂ ਨੇ ਬਚਨ ਕੀਤਾ ਹੈ ਮੇਰੇ ਨਾਲ, ਔਰ ਸੱਚਮੁੱਚ ਕਿੰਨਾ ਭਰੋਸਾ, ਗੁਰੂ ਤੇ ਭਰੋਸਾ ਕਿੰਨਾ। ਵੇਖੋ ਘਰ ਵਾਲੇ ਨੂੰ ਕਹਿੰਦਾ ਦਰਵਾਜ਼ਾ ਬੰਦ ਨਾ ਕਰਿਓ। ਵਾਪਸ ਵਿਸ਼ੇ ਤੇ ਆ ਕੇ ਭਾਈ ਫੱਗੂ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਮਹਾਰਾਜ ਆਏ ਭਾਈ ਫੱਗੂ ਦੇ ਘਰ। ਭਾਈ ਫੱਗੂ ਨੇ ਇੱਕ ਗੱਲ ਸਮਝਾ ਦਿੱਤੀ ਕਿ ਗੁਰੂ ਉੱਥੇ ਹੀ ਆਉਂਦਾ ਹੈ, ਗੁਰੂ ਉਸ ਹਿਰਦੇ ਵਿੱਚ ਹੀ ਆਉਂਦਾ ਹੈ ਜਿਸ ਹਿਰਦੇ ਦੇ ਵਿੱਚ ਵਿਸ਼ਾਲਤਾ ਹੋਵੇ, ਵੱਡੇ ਦਿਲ ਵਾਲਾ ਹੋਵੇ, ਜਿਹੜਾ ਥੋੜ੍ਹੇ ਦਿਲ ਵਾਲਾ ਨਾ ਹੋਵੇ, ਵੱਡੇ ਦਿਲ ਵਾਲਾ, ਵਿਸ਼ਾਲ ਸੋਚ, ਵਿਸ਼ਾਲ ਹਿਰਦਾ, ਜਿਸ ਹਿਰਦੇ ਦੇ ਵਿੱਚ ਖਿਮਾ ਹੋਵੇ, ਗੁਰੂ ਉੱਥੇ ਆਉਂਦਾ ਹੈ। ਗੱਲ ਸਮਝਾ ਦਿੱਤੀ ਭਾਈ ਫੱਗੂ ਨੇ। ਗੁਰੂ ਉੱਥੇ ਨਹੀਂ ਆਉਂਦਾ ਜਿੱਥੇ ਤੰਗ ਦਿਲੀ ਹੋਵੇ, ਗੁਰੂ ਉੱਥੇ ਨਹੀਂ ਆਉਂਦਾ ਜਿੱਥੇ ਕਈ ਵਾਰੀ ਬੰਦੇ ਦਾ ਈਮਾਨ ਟਕੇ ਟਕੇ ਤੇ ਵਿਕ ਜਾਏ, ਉੱਥੇ ਨਹੀਂ ਆਉਂਦਾ ਗੁਰੂ। ਭਾਈ ਫੱਗੂ ਦੇ ਘਰ ਗੁਰੂ ਸਾਹਿਬ ਆਏ।
ਭਾਈ ਫੱਗੂ ਦੇ ਘਰ ਦੇ ਵਿਹੜੇ ਵਿੱਚ ਦੀਵਾਨ ਸਜਿਆ, ਸੰਗਤਾਂ ਬੈਠੀਆਂ, ਗੁਰੂ ਤੇਗ ਬਹਾਦਰ ਸਾਹਿਬ ਬੈਠੇ, ਭਾਈ ਫੱਗੂ ਜੀ ਬੈਠੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਭਾਈ ਫੱਗੂ ਜੀ ਲਿਆਓ, ਜਿਹੜੀ ਸੰਗਤਾਂ ਨੇ ਕਾਰ ਭੇਟ ਦਸਵੰਧ ਤੁਹਾਨੂੰ ਭੇਟਾ ਕੀਤਾ, ਲਿਆਓ, ਪਹੁੰਚਦਾ ਕਰੋ ਗੁਰੂ ਤੱਕ। ਭਾਈ ਫੱਗੂ ਜੀ ਨੇ ਸਾਰਾ ਦਸਵੰਧ ਕਾਰ ਭੇਟ ਲਿਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਰੱਖਿਆ। ਤੇ ਸਾਹਿਬ ਜੀ ਕਹਿੰਦੇ, ਕੁਝ ਰਹਿ ਤਾਂ ਨਹੀਂ ਗਿਆ? ਨਹੀਂ ਮਹਾਰਾਜ, ਕੁਝ ਨਹੀਂ ਰਿਹਾ। ਨਹੀਂ, ਕਹਿੰਦੇ ਕੁਝ ਰਹਿ ਗਿਆ। ਦਾਤਾ ਜੀ ਤੁਸੀਂ ਦੱਸ ਦਿਓ, ਕਿਰਪਾਲਤਾ ਕਰ ਦਿਓ, ਭੁੱਲਣਹਾਰ ਜੀਵ ਹਾਂ। ਕਹਿਣ ਲੱਗੇ, ਉਹ ਜਿਹੜੀ ਘਰ ਦੇ ਵਿਹੜੇ ਵਿੱਚ ਤੇਰੇ ਬੇਰੀ ਆ ਨਾ, ਉਹ ਬੇਰੀ ਦੇ ਬੇਰ ਰਹਿ ਗਏ, ਬੇਰੀ ਦੇ ਬੇਰ। ਫਿਰ ਕਹਿੰਦਾ, ਹਾਂ ਬਿਲਕੁਲ ਗੁਰੂ ਤੇਗ ਬਹਾਦਰ ਮਹਾਰਾਜ ਰਹਿ ਗਏ। ਸਾਹਿਬ ਹੱਸ ਕੇ ਕਹਿੰਦੇ, ਭਾਈ ਫੱਗੂ ਸੰਗਤਾਂ ਨੂੰ ਦੱਸ ਕਿ ਬੇਰੀ ਦੇ ਬੇਰ ਕਿਵੇਂ ਰਹਿ ਗਏ, ਇਹ ਬੇਰੀ ਦੀ ਕੀ ਗੱਲਬਾਤ ਹੈ। ਤੇ ਉਹਨੇ ਦੱਸਿਆ ਕਿ ਕਿਸੇ ਸਿੱਖ ਦੇ ਘਰ ਵਿੱਚ ਦਸਵੰਧ ਦੀ ਕਾਰ ਭੇਟ ਲੈਣ ਲਈ ਗਿਆ। ਸਿੱਖ ਘਰ ਵਿੱਚ ਨਹੀਂ ਸੀ, ਉਹਦੀ ਘਰਵਾਲੀ ਘਰ ਸੀ। ਤੇ ਜਦੋਂ ਕਹਿੰਦਾ ਮੈਂ ਉਹਦੇ ਘਰ ਦੇ ਦਰਵਾਜ਼ੇ 'ਤੇ ਗਿਆ, ਬੇਨਤੀ ਕੀਤੀ ਵੀ ਦਸਵੰਧ ਕਾਰ ਭੇਟ ਦਿਓ, ਉਹ ਕਹਿਣ ਲੱਗੀ ਸਿੱਖ ਘਰ ਵਿੱਚ ਨਹੀਂ। ਤੇ ਭਾਈ ਫੱਗੂ ਨੇ ਆਖਿਆ, ਜੋ ਹੈ ਦੇ ਦਿਓ। ਉਹ ਝਾੜੂ ਲਾ ਰਹੀ ਸੀ ਘਰ ਵਿੱਚ, ਵਿਹੜੇ ਦੇ ਵਿੱਚ, ਤੇ ਉਹਨੇ ਝਾੜੂ ਲਾ ਕੇ ਜਿਹੜਾ ਘਰ ਦਾ ਕੂੜਾ ਸੀ ਨਾ ਇਕੱਠਾ ਕੀਤਾ, ਉਹ ਚੁੱਕਿਆ ਤੇ ਭਾਈ ਫੱਗੂ ਦੀ ਝੋਲੀ ਵਿੱਚ ਪਾ ਦਿੱਤਾ। ਉਹਦੇ ਵਿੱਚ ਇੱਕ ਬੇਰੀ ਦੀ ਗਿਟਕ ਆਈ। ਪਿਆਰਿਓ, ਉਹਦੇ ਵਿੱਚ ਆਈ ਇੱਕ ਬੇਰੀ ਦੀ ਗਿਟਕ। ਤੇ ਭਾਈ ਫੱਗੂ ਨੇ ਲਿਆ ਕੇ ਉਹ ਬੇਰੀ ਦੀ ਗਿਟਕ, ਬੇਰ ਦੀ ਗਿਟਕ ਆਪਣੇ ਘਰ ਦੇ ਵਿਹੜੇ ਵਿੱਚ ਇੱਦਾਂ ਸੁੱਟ ਦਿੱਤੀ ਜਾਂ ਲਾ ਦਿੱਤੀ। ਤੇ ਉਹਦੇ ਤੋਂ ਫਿਰ ਬੇਰੀ ਤੋਂ ਉਹ ਜਿਹੜਾ ਗਿਟਕ ਸੀ, ਉਹਦੇ ਤੋਂ ਬੇਰੀ ਦਾ ਬੂਟਾ, ਤੇ ਬੂਟੇ ਨੂੰ ਲੱਗੇ ਬੇਰ। ਸਾਹਿਬ ਕਹਿਣ ਲੱਗੇ, ਪਿਆਰਿਆ, ਇਸ ਬੇਰੀ ਨੂੰ ਲੱਗੇ ਹੋਏ ਬੇਰ ਜਿਹੜੇ ਆ ਨਾ, ਇਹ ਵੀ ਦਸਵੰਧ ਦੀ ਭੇਟਾ ਹੈ। ਤੇ ਨਾਲ ਇੱਕ ਗੱਲ ਕਹੀ, ਕਹਿਣ ਲੱਗੇ, ਭਾਈ ਫੱਗੂ ਤੂੰ ਧੰਤਾ ਦੇ ਯੋਗ ਹੈ, ਕਿਸੇ ਦਾ ਔਗਣ ਨਹੀਂ ਫੋਲਿਆ, ਕਿਸੇ ਦਾ ਔਗਣ ਨਹੀਂ ਵੇਖਿਆ, ਕਿਸੇ ਦੇ ਔਗਣ ਨੂੰ ਚੁੱਕਿਆ ਨਹੀਂ, ਕਿਸੇ ਦੇ ਔਗਣ ਨੂੰ ਭੰਡਿਆ ਨਹੀਂ। ਪਿਆਰਿਓ, ਭਾਈ ਫੱਗੂ ਵਰਗੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਔਰ ਮਾਨ ਅਪਮਾਨ ਦਾ ਕੋਈ ਖਿਆਲ ਨਹੀਂ ਭਾਈ ਫੱਗੂ ਵਰਗਿਆਂ ਨੂੰ। ਔਰ ਮਾਨ ਅਪਮਾਨ ਹਰਖ ਸੋਗ ਖੁਸ਼ੀ ਗਮੀ, ਖੁਸ਼ੀ ਤੇ ਗਮੀ ਰਹਿ ਅਤੀਤਾ। ਅਤੀਤਾ ਦਾ ਭਾਵ ਹੈ ਨਿਰਲੇਪ। ਤਿੰਨ ਜਗ ਤਤ ਪਛਾਨਾ। ਫਿਰ ਉਹਨਾਂ ਨੇ ਜਗ ਦਾ ਤਤ ਪਰਮਾਤਮਾ ਉਹਦੀ ਪਛਾਣ ਕਰ ਲਈ, ਉਹਦੀ ਪਛਾਣ ਕਰ ਲਈ। ਫਿਰ ਤਿੰਨ ਜਗ ਤਤ ਪਛਾਨਾ, ਉਸਤਤ ਨਿੰਦਾ ਦਊ ਤੇ ਆਗੇ। ਕਿਸੇ ਦੀ ਉਸਤਤ ਨਹੀਂ ਕਰਨੀ ਤੇ ਕਿਸੇ ਦੀ ਨਿੰਦਿਆ ਵੀ ਨਹੀਂ ਕਰਨੀ। ਗੱਜ ਕੇ ਆਖੋ ਸਤਨਾਮ ਸ਼੍ਰੀ। ਗੱਜ ਕੇ ਬੋਲੋ ਸਤਨਾਮ ਸ਼੍ਰੀ। ਉਸਤਤ ਨਿੰਦਾ ਦਊ ਤੇ ਆਗੇ, ਹੋ ਜੈ ਪਦ ਨਿਰਬਾਨਾ। ਨਿਰਬਾਨ ਪਦ, ਮੁਕਤ ਪਦ, ਮੁਕਤ ਹੋਣ ਵਾਲਾ ਪਦ, ਮੁਕਤ ਹੋਣ ਵਾਲੀ ਅਵਸਥਾ ਉਹ ਪ੍ਰਾਪਤ ਹੋ ਜਾਂਦੀ ਹੈ। ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਨ ਹੈ। ਕਿਨਹੂ ਗੁਰਮੁਖ ਜਾਨਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਇਹ ਖੇਡ ਬੜੀ ਔਖੀ ਹੈ। ਖਿੰਨ ਰੁਕੀਏ ਥੋੜਾ ਜਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚੋਂ ਬੇਨਤੀ ਕਰਾਂ ਜੀ, ਦੂਜਿਆਂ ਦਾ ਧਰਮ ਬਚਾਉਣ ਲਈ
ਆਪਣਾ ਆਪਾ ਮਿਟਾ ਦੇਣਾ, ਆਪਣਾ ਸੀਸ ਕਟਵਾ ਦੇਣਾ। ਬੜੀ ਔਖੀ ਖੇਡ ਹੈ। ਧੜ ਦਾ ਸੰਸਕਾਰ ਦਿੱਲੀ ਵਿੱਚ ਹੁੰਦਾ ਹੈ ਤੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਬੜੀ ਔਖੀ ਖੇਡ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਖੇਡ ਕੇ ਗਏ ਨੇ ਸੰਸਾਰ ਵਿੱਚ। ਗੱਜ ਕੇ ਆਖੋ ਸਤਨਾਮ ਸ਼੍ਰੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਕੋਈ ਵਿਰਲਾ ਹੀ ਇਸ ਖੇਡ ਨੂੰ ਜਾਣਦਾ ਹੈ ਪਿਆਰਿਓ, ਤੇ ਕੋਈ ਵਿਰਲਾ ਹੀ ਇਸ ਖੇਡ ਨੂੰ ਖੇਡਦਾ ਹੈ। ਜਿਹੜੀ ਖੇਡ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਨੇ ਇਸ ਸ਼ਬਦ ਵਿੱਚ ਦੱਸੀ ਹੈ, ਜਾਂ ਜਿਹੜੀ ਖੇਡ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਨੇ ਇਸ ਸੰਸਾਰ ਵਿੱਚ ਖੇਡੀ ਹੈ। ਆਓ ਅਰਦਾਸ ਕਰੀਏ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਅੰਦਰ। ਸਤਿਗੁਰੂ ਜੀ ਸਾਡੇ 'ਤੇ ਵੀ ਕਿਰਪਾਲਤਾ ਕਰਿਓ। ਮਨ ਦਾ ਮਾਣ ਹੰਕਾਰ ਤਿਆਗ ਕੇ ਮਾਲਕ ਦੇ ਗੁਣਾਂ ਨੂੰ ਗਾ ਸਕੀਏ। ਇੱਕ ਅਰਦਾਸ ਕਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਅੰਦਰ ਗੁਰਮੁਖੋ ਰਲ ਮਿਲ ਕੇ ਸਾਰੇ ਜਾਣੇ ਸਮੂਹ ਕਿਸਾਨ ਵੀਰਾਂ ਦੀ ਚੜ੍ਹਦੀ ਕਲਾ ਲਈ ਜਿਹੜੇ ਬਚਨ ਆਪਾਂ ਰੋਜ਼ ਬੋਲ ਰਹੇ ਹਾਂ, ਕਰੋ ਕਿਰਪਾਲਤਾ। ਬੋਲੋ ਜੀ। ਗੁਰੂ ਐਸੀ ਕਲਾ ਵਰਤਾਵੇ। ਬੋਲੋ ਜੀ। ਗੁਰੂ ਐਸੀ ਕਲਾ ਚੜ੍ਹਦੀ ਕਲਾ 'ਚ, ਗੁਰੂ ਐਸੀ ਕਲਾ ਵਰਤਾਵੇ, ਕਿਸਾਨ ਜਿੱਤ ਕੇ ਘਰਾਂ ਨੂੰ ਆਵੇ। ਇਹ ਅਰਦਾਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਦੇ ਮੁਬਾਰਕ ਚਰਨਾਂ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੇ ਅੱਗੇ। ਪਿਆਰਿਓ ਕਦੇ ਚੇਤੇ ਕਰੋ ਸੀਸ ਗੰਜ ਸਾਹਿਬ ਨੂੰ, ਕਦੇ ਚੇਤੇ ਕਰੋ ਚਾਂਦਨੀ ਚੌਂਕ ਨੂੰ, ਕਦੇ ਚੇਤੇ ਕਰੋ ਉਹ ਇਲਾਕਾ ਦਿੱਲੀ ਦੇ ਵਿੱਚ ਮਹਿਰੌਲੀ ਦਾ ਇਲਾਕਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੀ ਸ਼ਹਾਦਤ ਹੋਈ ਹੈ। ਯਾਦ ਕਰਕੇ ਵੇਖੋ। ਮਾਲਕ ਮਿਹਰ ਕਰੇ, ਗੁਰੂ ਬਖਸ਼ਿਸ਼ ਕਰੇ। ਇਹ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੇ ਚਰਨਾਂ 'ਚ। ਇੰਨੀ ਵਿਚਾਰ ਨਾਲ ਅੱਜ ਦੀ ਹਾਜ਼ਰੀ ਪ੍ਰਵਾਨ ਕਰਿਓ। 3 ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੀ ਬਾਣੀ ਵਿੱਚੋਂ, ਇਤਿਹਾਸ ਵਿੱਚੋਂ ਗੁਰੂ ਸਾਹਿਬ ਨੇ ਕਿਰਪਾਲਤਾ ਕਰਕੇ ਵਿਚਾਰਾਂ ਦੀ ਸੇਵਾ ਲਈ 3 ਦਿਨ ਹਾਜ਼ਰੀ ਭਰਦਿਆਂ, ਆਉਂਦਿਆਂ ਜਾਂਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ ਜੀ। ਅੱਗੇ ਤੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਮਤ ਵਿਵੇਕ ਬੁੱਧ ਬਖਸ਼ਿਸ਼ ਕਰਕੇ ਵਿਚਾਰ ਕਰਵਾਉਣ ਦੀ ਅਤੇ ਵਿਚਾਰ ਜੀਵਨ ਵਿੱਚ ਕਮਾਉਣ ਦੀ ਅਰਦਾਸ ਕਰਨਾ। ਮਹਾਰਾਜ ਵਿਚਾਰਾਂ ਕਰਵਾਉਣੀਆਂ ਵੀ ਅਤੇ ਵਿਚਾਰਾਂ ਕਮਾਉਣ ਦਾ ਵੀ ਬਲ ਬਖਸ਼ਿਸ਼ ਕਰਨਾ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਨਾਰਸ ਦੀ ਧਰਤੀ 'ਤੇ ਇਹ ਬਚਨ ਕਹੇ ਸਨ ਪੰਡਤਾਂ ਨੂੰ, ਬ੍ਰਾਹਮਣਾਂ ਨੂੰ, ਕਿ ਧਰਮ ਵਿੱਚ ਕੇਵਲ ਕਹਿਣੀ ਪ੍ਰਧਾਨ ਨਹੀਂ ਹੁੰਦੀ ਵੀ ਗੱਲਾਂ ਕਹਿ ਦਿੱਤੀਆਂ ਨਹੀਂ, ਇੱਥੇ ਕਰਨੀ ਪ੍ਰਧਾਨ ਹੁੰਦੀ ਹੈ। ਪਿਆਰਿਓ ਜੋ ਗੱਲਾਂ ਜ਼ੁਬਾਨ ਤੋਂ ਕਹਿੰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਨਾਂ ਨੂੰ ਕਰਨਾ ਪੈਂਦਾ ਹੈ। ਇਹ ਅਰਦਾਸ ਕਰਨੀ ਮਹਾਰਾਜ ਜੀ ਦੇ ਚਰਨਾਂ ਅੰਦਰ। ਦਾਤਾ ਵਿਚਾਰ ਵੀ ਕਰਵਾ ਲਵੇ ਅਤੇ ਮਾਲਕ ਉਹਨਾਂ ਬਚਨਾਂ 'ਤੇ ਤੁਰਨ ਦਾ ਵੀ ਸਾਨੂੰ ਬਲ ਬਖਸ਼ਿਸ਼ ਕਰੇ। ਸਭ ਦਾ ਧੰਨਵਾਦ। ਬੜਾ ਪਿਆਰ ਆਪ ਸਾਰਿਆਂ ਨੇ ਬਖਸ਼ਿਸ਼ ਕੀਤਾ ਹੈ।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਨਗਰ ਦੇ ਜਿੰਨੇ ਪ੍ਰਬੰਧਕ ਵੀਰ ਨੇ ਬੜੇ ਪਿਆਰ ਵਾਲੇ ਨੇ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਹੋਇਆ ਸਤਿਕਾਰਯੋਗ ਵੀਰ ਸਰਬਜੀਤ ਸਿੰਘ ਜੀ ਜਿਹੜੇ ਅੱਜ ਦੀ ਸ਼ਬਦ ਵਿਚਾਰ ਨੂੰ ਆਪਣੇ ਚੈਨਲ ਦੇ ਰਾਹੀਂ, ਕੈਮਰੇ ਦੇ ਰਾਹੀਂ ਰਿਕਾਰਡਿੰਗ ਕਰ ਰਹੇ ਨੇ, RS7 ਰਿਕਾਰਡਿੰਗ ਕਰਕੇ, ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ। ਵਾਹਿਗੁਰੂ ਸਾਰਿਆਂ 'ਤੇ ਕਿਰਪਾਲਤਾ ਕਰੇ। ਸਭ ਦਾ ਧੰਨਵਾਦ। ਕਰੋ ਕਿਰਪਾ ਪਿਆਰ ਵਿੱਚ ਭਿੱਜ ਕੇ ਬੁਲੰਦ ਆਵਾਜ਼ ਵਿੱਚ ਚੜ੍ਹਦੀ ਕਲਾ ਵਿੱਚ ਬੋਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।